ਹੈਲੋ ਬੱਚੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਹਰਪ੍ਰੀਤ ਵੜੈਚ। ਅੱਜ ਤੁਹਾਡੇ ਲਈ ਲੈ ਕੇ ਆਇਆ ਵਾਂ ਗੁੰਮ ਨੇ ਰਸੋਈ ਵਿੱਚੋਂ। ਜਿਹੜੀ ਤੁਹਾਡੀ ਕਵਿਤਾ ਹੈ, ਗੁੰਮ ਨੇ ਰਸੋਈ ਵਿੱਚੋਂ, ਕਸ਼ਮੀਰ ਨੀਰ ਦੀ ਲਿਖੀ ਹੋਈ ਹੈ। ਕਿਸ ਦੀ ਇਹ ਰਚਨਾ ਹੈ? ਕਸ਼ਮੀਰ ਨੀਰ ਦੀ। ਤਾਂ ਇਸ ਵਿੱਚ ਪਹਿਲਾਂ ਆਪਾਂ ਪ੍ਰਸੰਗ ਬਣਾਵਾਂਗੇ ਕਿ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਕਿਰਣਾ ਭਾਗ 2 ਵਿੱਚ ਦਰਜ ਕਵਿਤਾ ਗੁੰਮ ਨੇ ਰਸੋਈ ਵਿੱਚੋਂ ਲਿਆ ਗਿਆ ਹੈ, ਜਿਸ ਦੇ ਕਵੀ ਕਸ਼ਮੀਰ ਨੀਰ ਜੀ ਹਨ। ਇਸ ਕਵਿਤਾ ਵਿੱਚ ਪੰਜਾਬ ਦੇ ਬਦਲਦੇ ਪਹਿਰਾਵੇ ਅਤੇ ਪੰਜਾਬ ਦਾ ਜਿਹੜਾ ਮਾਹੌਲ, ਰਹਿਣ ਸਹਿਣ, ਖਾਣ ਪਾਣ, ਜਿਹੜੇ ਉਹਦੇ ਵਿੱਚ ਬਦਲਾਵ ਆ ਰਿਹਾ, ਉਸ ਉੱਤੇ ਵਿਚਾਰ ਕੀਤੀ ਹੈ। ਅਤੇ ਕਵੀ ਦੱਸਦਾ ਹੈ ਕਿ ਕਿਸ ਪ੍ਰਕਾਰ ਸਾਡੇ ਸਮਾਜ ਦੇ ਅੰਦਰ ਇੱਕ ਨਵਾਂ ਪਰਿਵਰਤਨ ਆ ਰਿਹਾ ਹੈ, ਜਿਹਦੇ ਕਾਰਨ ਸਾਡੀਆਂ ਬਹੁਤ ਸਾਰੀਆਂ ਐਸੀਆਂ ਵਸਤਾਂ ਜਿਹੜੀਆਂ ਅਸੀਂ ਨਿਰੰਤਰ ਆਪਣੇ ਜੀਵਨ ਵਿੱਚ ਉਪਯੋਗ ਕਰਦੇ ਸਾਂ, ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਜਾਂ ਉਹਨਾਂ ਦਾ ਵਜੂਦ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਤਾਂ ਕਵਿਤਾ ਸ਼ੁਰੂ ਕਰਦੇ ਹਾਂ। ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਯਾਨੀ ਕਿ ਇਹਦੇ ਅੰਦਰ ਸਭ ਨਾਲੋਂ ਜ਼ਿਆਦਾ ਰਸੋਈ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਜਾਂ ਜਿਨ੍ਹਾਂ ਚੀਜ਼ਾਂ ਦੀ ਵਰਤੋਂ ਅਸੀਂ ਕ੍ਰਿਸ਼ੀ ਦੇ ਵਿੱਚ ਆਪਣੀ ਖੇਤੀ ਦੇ ਅੰਦਰ ਕਰਦੇ ਹਾਂ, ਉਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ। ਕਵੀ ਕਹਿੰਦਾ ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ। ਕਸ਼ਮੀਰ ਨੀਰ ਇਸ ਕਵਿਤਾ ਦਾ ਰਚਨਾਕਾਰ ਹੈ। ਤਾਂ ਇਸ ਕਵਿਤਾ ਦੇ ਅੰਦਰ ਕਵੀ ਕਹਿੰਦਾ ਹੈ ਕਿ ਅੱਜ ਵਰਤਮਾਨ ਸਮੇਂ ਦੇ ਅੰਦਰ ਪੰਜਾਬ ਦਾ ਜਿਹੜਾ ਵੇਸ ਹੈ, ਪਹਿਰਾਵਾ ਹੈ ਜਾਂ ਖਾਣ ਪਾਣ ਹੈ, ਉਹ ਬਦਲਦਾ ਜਾ ਰਿਹਾ ਹੈ। ਉਸ ਉੱਤੇ ਵਿਚਾਰ ਪੇਸ਼ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਗੁੰਮ ਨੇ ਰਸੋਈ ਵਿੱਚੋਂ, ਕਿ ਰਸੋਈ ਦੇ ਅੰਦਰੋਂ ਕੁਝ ਚੀਜ਼ਾਂ ਗੁੰਮ ਹੋ ਚੁੱਕੀਆਂ ਨੇ, ਭਾਵ ਕਿ ਖਤਮ ਹੋ ਚੁੱਕੀਆਂ ਨੇ। ਚਾਟੀਆਂ ਮਧਾਣੀਆਂ, ਚਾਟੀਆਂ ਭਾਵ ਕਿ ਜਿਨ੍ਹਾਂ ਦੇ ਅੰਦਰ ਅਸੀਂ ਕੀ ਰੱਖਦੇ ਹਾਂ? ਦੁੱਧ ਰੱਖਿਆ ਜਾਂਦਾ ਸੀ, ਐਸਾ ਭਾਂਡਾ ਮਿੱਟੀ ਦਾ ਕਿ ਜਿਹਦੇ ਅੰਦਰ ਦੁੱਧ ਗਰਮ ਕਰਨ ਵਾਸਤੇ ਰੱਖਿਆ ਜਾਂਦਾ ਸੀ। ਮਧਾਣੀਆਂ ਯਾਨੀ ਕਿ ਜਿਹਦੇ ਨਾਲ ਦਹੀਂ ਨੂੰ ਰਿੜਕਿਆ ਜਾਂਦਾ ਹੈ, ਭਾਵ ਕਿ ਮੱਥਨੀ ਵੀ ਅਸੀਂ ਉਸ ਨੂੰ ਬੋਲ ਦਿੰਦੇ ਹਾਂ। ਤਾਂ ਕੀ ਕਹਿੰਦਾ ਕਿ ਅੱਜ ਵਰਤਮਾਨ ਸਮੇਂ ਦੇ ਅੰਦਰ ਸਾਡੇ ਜਿਹੜੀ ਰਸੋਈ ਹੈ ਉਹਦੇ ਵਿੱਚੋਂ ਚਾਟੀਆਂ ਅਤੇ ਮਧਾਣੀਆਂ ਜਿਹੜੀਆਂ ਨੇ ਉਹ ਗੁੰਮ ਹੋ ਚੁੱਕੀਆਂ ਹਨ। ਬਰਗਰਾਂ ਅਤੇ ਪੀਜ਼ੀਆਂ ਨੇ ਪੱਟੀਆਂ ਸੁਆਣੀਆਂ। ਠੀਕ ਹੈ, ਸੁਆਣੀਆਂ ਦਾ ਅਰਥ ਕੀ ਹੈ? ਅੱਜ ਦੀਆਂ ਇਸਤਰੀਆਂ। ਕੀ ਕਹਿੰਦਾ ਹੈ ਕਵੀ ਕਿ ਅੱਜ ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਪੱਟ ਲਈਆਂ ਹਨ, ਭਾਵ ਕਿ ਆਪਣੇ ਪਿੱਛੇ ਲਾ ਲਈਆਂ ਹਨ ਜਾਂ ਉਹਨਾਂ ਦਾ ਧਿਆਨ ਉਹ ਖੇਡ ਦਿੱਤਾ ਹੈ। ਕਿਹਨਾਂ ਨੇ? ਬਰਗਰਾਂ ਅਤੇ ਪੀਜ਼ਾ ਨੇ। ਯਾਨੀ ਕਿ ਜਿਹੜਾ ਹੁਣ ਦਾ ਨਵਾਂ ਫਾਸਟ ਫੂਡ ਹੈ, ਉਸ ਨੇ ਲੋਕਾਂ ਦਾ ਧਿਆਨ ਪੰਜਾਬੀ ਵਿਰਸੇ ਵੱਲੋਂ ਤੋੜ ਕੇ ਪੱਛਮੀ ਵਿਰਸੇ ਵੱਲ ਲਗਾ ਲਿਆ ਹੈ, ਭਾਵ ਕਿ ਅੱਜ ਦੀਆਂ ਜਿਹੜੀਆਂ ਸੁਆਣੀਆਂ ਹਨ, ਇਸਤਰੀਆਂ ਹਨ, ਉਹ ਬਰਗਰਾਂ ਅਤੇ ਪੀਜ਼ਿਆਂ ਨੇ ਉਹਨਾਂ ਨੂੰ ਪੱਟ ਲਿਆ ਹੈ, ਭਾਵ ਕਿ ਆਪਣੇ ਮਗਰ ਲਾ ਲਿਆ ਹੈ। ਖਾਣ ਪੀਣ ਪਹਿਰਾਵਾ ਆਪਣਾ ਗੁਆਚਿਆ। ਤੇ ਕੀ ਕਹਿੰਦਾ ਹੈ ਕਵੀ? ਕਹਿੰਦਾ ਹੈ ਕਿ ਅੱਜ ਦੇ ਸਮੇਂ ਦੇ ਅੰਦਰ ਖਾਣ ਪੀਣ ਅਤੇ ਪਹਿਰਾਵਾ ਜਿਹੜਾ ਹੈ ਉਹ ਸਾਰਾ ਗੁੰਮ ਹੋ ਚੁੱਕਾ ਹੈ, ਭਾਵ ਕਿ ਉਹ ਬਦਲ ਚੁੱਕਾ ਹੈ। ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਤੇ ਕੀ ਕਹਿੰਦਾ ਕਿ ਪੱਛਮੀ ਵਿਰਸੇ ਦੇ ਪਿੱਛੇ ਲੱਗ ਕੇ ਪੰਜਾਬ ਦੇ ਅੰਦਰ ਖਾਣ ਪੀਣ ਅਤੇ ਪਹਿਰਾਵਾ ਜਿਹੜਾ ਹੈ ਉਹ ਬਦਲ ਗਿਆ ਹੈ। ਏਸੀ ਕੂਲਰਾਂ ਦੇ ਹੁਣ ਹੋ ਗਏ ਮੁਥਾਜ ਨੇ। ਮੁਥਾਜ ਹੋਣਾ ਯਾਨੀ ਕਿ ਅਧੀਨ ਹੋ ਜਾਣਾ, ਯਾਨੀ ਕਿ ਕਿਸੇ ਦਾ ਗੁਲਾਮ ਬਣ ਜਾਣਾ। ਜਿਹੜੀਆਂ ਜਵਾਨਾਂ ਹਿੱਕਾਂ ਲੂਆਂ 'ਚ ਸੀ ਤਾਣੀਆਂ। ਤੇ ਕੀ ਕਹਿੰਦਾ ਕਿ ਜਿਹੜੇ ਜਵਾਨ ਭਾਵ ਕਿ ਕਿਸਾਨ ਜਾਂ ਪੰਜਾਬ ਦੇ ਜਿਹੜੇ ਨੌਜਵਾਨ ਸਨ, ਜਿਹੜੇ ਲੂਆਂ ਦੇ ਅੰਦਰ ਭਾਵ ਕਿ ਬਹੁਤ ਹੀ ਜ਼ਿਆਦਾ ਗਰਮੀ ਦੇ ਅੰਦਰ ਕੰਮ ਕਰਦੇ ਸਨ, ਉਹ ਅੱਜ ਏਸੀ ਅਤੇ ਕੂਲਰਾਂ ਦੇ ਗੁਲਾਮ ਭਾਵ ਕਿ ਮੁਹਤਾਜ ਬਣ ਕੇ ਰਹਿ ਚੁੱਕੇ ਹਨ। 9-9 ਇੰਚ ਗੱਦਿਆਂ ਤੇ ਹੁੰਦੀਆਂ ਨਸੀਬ ਨਾ ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਲਾਣੀਆਂ। ਤੇ ਕੀ ਕਹਿੰਦੇ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ 9-9 ਇੰਚ ਮੋਟੇ ਗੱਦੇ ਦੇ ਉੱਤੇ ਵੀ ਆਪਣੀ ਨੀਂਦ ਨੂੰ ਸਹੀ ਤਰੀਕੇ ਨਾਲ ਪੂਰੀ ਨਹੀਂ ਕਰ ਸਕਦਾ। ਜੋ ਨੀਂਦ ਪਹਿਲਾਂ ਕਦੇ ਅਲਾਣੀਆਂ ਮੰਜੀਆਂ ਭਾਵ ਕਿ ਬਿਨਾਂ ਵਿਛੀਆਂ ਹੋਈਆਂ ਮੰਜੀਆਂ ਦੇ ਉੱਤੇ ਆ ਜਾਇਆ ਕਰਦੀ ਸੀ। ਦੋਰੀ ਡੰਡੇ ਚੱਕੀਆਂ ਔਖਲੀਆਂ ਤੇ ਚਰਖੇ। ਕਵੀ ਕੀ ਕਹਿੰਦਾ ਹੈ? ਕਵੀ ਕਹਿੰਦਾ ਹੈ ਕਿ ਦੋਰੀ ਡੰਡੇ ਭਾਵ ਕਿ ਜਿਹਦੇ ਅੰਦਰ ਅਸੀਂ ਚਟਨੀ ਬਣਾਇਆ ਕਰਦੇ ਸੀ, ਚੱਕੀਆਂ ਜਿਹਦੇ ਨਾਲ ਆਟਾ ਪੀਆ ਕਰਦੇ ਸੀ, ਔਖਲੀਆਂ ਜਿਹਦੇ ਅੰਦਰ
ਅਸੀਂ ਯਾਨੀ ਕਿ ਐਸਾ ਮਾਟੀਆਂ ਭਾਂਡਾ ਜਿਹਨੂੰ ਧਰਤੀ ਦੇ ਅੰਦਰ ਗੱਡਿਆ ਹੁੰਦਾ ਸੀ, ਅਤੇ ਉਹਨਾਂ ਔਖਲੀਆਂ ਦੇ ਅੰਦਰ ਤਿਲਾਂ ਨੂੰ ਜਾਂ ਹੋਰ ਪ੍ਰਕਾਰ ਦੇ ਅਨਾਜ ਨੂੰ ਕੁੱਟਿਆ ਜਾਂਦਾ ਸੀ। ਚਰਖੇ ਯਾਨੀ ਕਿ ਜਿਹਦੇ ਦੇ ਨਾਲ ਅਸੀਂ ਕੀ ਕੱਤਦੇ ਹਾਂ, ਰੂਈ ਕੱਤੀ ਜਾਂਦੀ ਹੈ। ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਿਮਾਣੀਆਂ, ਅਤੇ ਕੀ ਕਹਿੰਦਾ ਕਿ ਐਵੇਂ ਦੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਨਿਮਾਣੀਆਂ ਹੋ ਕੇ, ਵਿਚਾਰੀਆਂ ਹੋ ਕੇ, ਯਾਨੀ ਕਿ ਦੀਨ, ਯਾਨੀ ਕਿ ਜਿਨ੍ਹਾਂ ਦਾ ਅਲ ਕੋਈ ਧਿਆਨ ਨਹੀਂ ਹੈ ਕਿਸੇ ਦਾ, ਅੱਜ ਇਹ ਨਿਮਾਣੀਆਂ ਹੋ ਕੇ, ਭਾਵ ਕਿ ਵਿਚਾਰੀਆਂ ਹੋ ਕੇ ਖਤਮ ਹੋ ਚੱਲੀਆਂ ਹਨ। ਖੁਰਲੀ ਤੋਂ ਵੈੜ ਕੇ ਬਲਦ ਕਿੱਥੇ ਤੁਰ ਗਏ। ਤੇ ਕੀ ਕਹਿੰਦਾ ਕਿ ਪਹਿਲਾਂ ਖੁਰਲੀਆਂ ਤੇ, ਯਾਨੀ ਕਿ ਜਿਹਨੂੰ ਹਰਿਆਣੇ ਦੀ ਲੋਕਲ ਭਾਸ਼ਾ ਦੇ ਅੰਦਰ ਖੋਰ ਵੀ ਬੋਲ ਦਿੱਤਾ ਜਾਂਦਾ। ਤੇ ਕੀ ਕਹਿੰਦਾ ਕਿ ਖੁਰਲੀ ਤੋਂ ਵੈੜ ਕੇ ਬਲਦ ਕਿੱਥੇ ਤੁਰ ਗਏ। ਵੈੜ ਕੇ ਅਤੇ ਬਲਦ ਯਾਨੀ ਕਿ ਬੈਲ, ਤੇ ਵੈੜਕਾ ਯਾਨੀ ਕਿ ਬਛੜਾ, ਜਿਹਨੂੰ ਅਸੀਂ ਬੱਛਾ ਵੀ ਬੋਲ ਦਿੰਦੇ ਹਾਂ, ਬਛੜਾ ਵੀ ਬੋਲ ਦਿੰਦੇ ਹਾਂ। ਤੇ ਖੁਰਲੀ ਤੋਂ ਵੈੜ ਕੇ ਬਲਦ ਕਿੱਥੇ ਤੁਰ ਗਏ। ਕਵੀ ਕਹਿੰਦਾ ਕਿ ਖੁਰਲੀਆਂ ਦੇ ਉੱਤੋਂ ਬਲਦ ਅਤੇ ਵੈੜ ਕੇ ਕਿੱਥੇ ਤੁਰ ਗਏ ਹਨ, ਭਾਵ ਕਿ ਇਸ ਵਰਤਮਾਨ ਸਮੇਂ ਦੇ ਅੰਦਰ ਟਰੈਕਟਰਾਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਹੈ, ਅਤੇ ਬਲਦ ਅਤੇ ਵੈੜਕਿਆਂ ਦੀ ਜਿਹੜੀ ਜ਼ਰੂਰਤ ਹੈ ਉਹ ਖਤਮ ਹੋ ਗਈ ਹੈ। ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪ੍ਰਾਣੀਆਂ। ਤੇ ਕੀ ਕਹਿੰਦਾ ਕਿ ਕਿੱਲੀਆਂ ਦੇ ਉੱਤੋਂ ਜਿਹੜੇ ਬਲਦਾਂ ਦੀਆਂ ਗਲਾਂ ਵਿੱਚ ਪਾਏ ਜਾਣ ਵਾਲੇ ਘੁੰਗਰੂ ਅਤੇ ਪ੍ਰਾਣੀਆਂ, ਭਾਵ ਕਿ ਸੋਟੀਆਂ ਜਿਹੜੀਆਂ ਹਨ, ਉਹ ਕਿੱਧਰ ਚਲੀਆਂ ਗਈਆਂ ਹਨ। ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓਂ, ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਤੇ ਕੀ ਕਹਿੰਦਾ ਕਿ ਅੱਜ ਦੇ ਵਰਤਮਾਨ ਸਮੇਂ ਦੇ ਅੰਦਰ ਜਿਹੜੇ ਲੋਕ ਹਨ ਉਹ ਪੰਜਾਬੀ ਬੋਲੀ ਨੂੰ ਵੀ ਭੁੱਲਦੇ ਜਾ ਰਹੇ ਹਨ, ਅਤੇ ਪੰਜਾਬੀ ਵਿਰਸੇ ਨੂੰ ਤੇ ਜਿੱਥੇ ਉਹਨਾਂ ਭੁੱਲਣਾ ਹੈ ਬੋਲੀ ਵੀ ਭੁੱਲ ਚੁੱਕੇ ਹਨ। ਤੇ ਅੱਜ ਉਹਨਾਂ ਨੂੰ ਉਹਨਾਂ ਦੀਆਂ ਹੀ ਕਹਾਣੀਆਂ ਜਿਹੜੀਆਂ ਨੇ ਇੰਗਲਿਸ਼ ਦੇ ਅੰਦਰ ਹੀ ਬੋਲ ਕੇ ਦੱਸਣਾ ਪੈਂਦਾ ਹੈ, ਤਾਂ ਹੀ ਉਹਨਾਂ ਨੂੰ ਉਹ ਕਹਾਣੀਆਂ ਜਿਹੜੀਆਂ ਨੇ ਉਹ ਸਮਝ ਆਉਂਦੀਆਂ ਹਨ। ਦਿਲ ਮੋਹ ਪਿਆਰ ਆਪਣਾ ਤਸਾਂਝ ਛੱਡ ਗਏ। ਤੇ ਕੀ ਕਹਿੰਦਾ ਕਿ ਅੱਜ ਦੇ ਸਮੇਂ ਦੇ ਅੰਦਰ ਜਿਹੜਾ ਆਪਸ ਦਾ ਭਾਈਚਾਰਾ ਸੀ, ਉਹਦੇ ਵਿੱਚੋਂ ਦਿਲਾਂ ਦੇ ਅੰਦਰੋਂ ਜਿਹੜਾ ਮੋਹ ਪਿਆਰ ਅਤੇ ਆਪਣਤ ਯਾਨੀ ਕਿ ਆਪਣਾਪਨ ਸੀ, ਸਾਂਝ ਸੀ, ਇੱਕ ਦੂਜੇ ਦੇ ਨਾਲ ਸਾਥ ਸੀ, ਉਹ ਸਾਰਾ ਗੁਆਚਦਾ ਜਾ ਰਿਹਾ ਹੈ। ਸਾਡੀਆਂ ਹੋ ਗਈਆਂ ਜੀਣ ਜੁਗਤਾਂ ਨਿਤਾਣੀਆਂ। ਤੇ ਕੀ ਕਹਿੰਦਾ ਕਿ ਅੱਜ ਦੇ ਸਾਡਾ ਜਿਹੜੇ ਜੀਣ ਜੁਗਤ ਹੈ ਉਹੀ ਕਮਜ਼ੋਰ ਹੋ ਚੁੱਕੀ ਹੈ, ਭਾਵ ਕਿ ਜੀਣ ਦਾ ਜਿਹੜਾ ਤਰੀਕਾ ਹੈ ਉਹ ਸ਼ਕਤੀਹੀਣ ਹੁੰਦਾ ਜਾ ਰਿਹਾ ਹੈ। ਨੀਰ ਪਿਛ ਲੱਗ ਸਭ ਹੋਏ ਅੰਗਰੇਜ਼ ਦੇ, ਆਪਣੀ ਗਵਾਈ ਇਹ ਪਛਾਣ ਪੰਜਾਂ ਪਾਣੀਆਂ। ਤੇ ਕਵੀ ਕੀ ਕਹਿੰਦਾ ਹੈ, ਕਵੀ ਕਸ਼ਮੀਰ ਨੀਰ ਕਹਿੰਦਾ ਹੈ ਇੱਥੇ ਕਿ ਪਛ ਲੱਗ ਸਭ ਹੋਏ ਅੰਗਰੇਜ਼ ਦੇ। ਤੇ ਅੱਜ ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਭਾਵ ਕਿ ਪੱਛਮੀ ਵਿਰਸੇ ਦੇ ਪਿੱਛੇ ਲੱਗ ਕੇ ਅੱਜ ਲੋਕ ਉਹਨਾਂ ਦੀ ਰੀਸ ਕਰਦੇ ਹੋਏ ਸਾਰੇ ਅੰਗਰੇਜ਼ ਹੀ ਬਣਦੇ ਜਾ ਰਹੇ ਹਨ। ਆਪਣੀ ਗਵਾਈਏ ਪਛਾਣ ਪੰਜਾਂ ਪਾਣੀਆਂ। ਤੇ ਕੀ ਕਹਿੰਦਾ ਕਿ ਪੰਜਾਬ ਦੀ ਧਰਤੀ ਨੇ ਅੱਜ ਆਪਣੀ ਪਹਿਚਾਣ ਗਵਾ ਲਈ ਹੈ, ਭਾਵ ਕਿ ਇੱਥੋਂ ਦਾ ਜਿਹੜਾ ਸਾਰਾ ਕਲਚਰ ਸੀ ਉਹ ਸਾਰਾ ਬਦਲਦਾ ਜਾ ਰਿਹਾ ਹੈ। ਤੇ ਅੱਗੇ ਗੱਲ ਕਰਦੇ ਹਾਂ ਇਹਦੇ ਆਏ ਹੋਏ ਪ੍ਰਸ਼ਨਾਂ ਦੀ। ਸਖਤ ਗਰਮੀ ਵਿੱਚ ਕੰਮ ਕਰਨ ਵਾਲੇ ਕਿਸ ਦੇ ਮੁਹਤਾਜ ਹੋ ਗਏ ਹਨ। ਕਿਸ ਦੇ ਮੁਹਤਾਜ ਹੋਏ ਬਈ, ਆਪਾਂ ਉੱਤੇ ਪੜ੍ਹਿਆ ਸੀ ਕਿ ਮੁਹਤਾਜ ਹੋ ਗਏ, ਕਾਹਦੇ ਮੁਹਤਾਜ ਹੋ ਗਏ ਨੇ, ਏਸੀ ਅਤੇ ਕੂਲਰਾਂ ਦੇ ਮੁਹਤਾਜ ਹੋ ਗਏ ਹਨ। ਸਾਨੂੰ ਸਾਡੀਆਂ ਕਹਾਣੀਆਂ ਕਿਹੜੀ ਭਾਸ਼ਾ ਵਿੱਚ ਸਮਝਾਉਂਦੀਆਂ ਹਨ। ਆਪਾਂ ਹੁਣ ਇਸ ਪਹਿਰੇ ਦੇ ਅੰਦਰ ਪੜ੍ਹਿਆ, ਇੱਥੇ ਪੜ੍ਹਿਆ ਸੀ, ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓਂ ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਯਾਨੀ ਕਿ ਸਾਨੂੰ ਸਾਡੀਆਂ ਕਹਾਣੀਆਂ ਕਾਹਦੇ ਵਿੱਚ ਸਮਝ ਆਉਂਦੀਆਂ ਹਨ, ਅੰਗਰੇਜ਼ੀ ਭਾਸ਼ਾ ਦੇ ਅੰਦਰ। ਖੁਰਲੀ ਤੋਂ ਕੀ ਗਾਇਬ ਹੋ ਗਿਆ ਹੈ, ਤਾਂ ਆਪਾਂ ਇੱਥੇ ਪੜ੍ਹਿਆ ਸੀ, ਖੁਰਲੀ ਤੋਂ ਵੈੜ ਕੇ ਬਲਦ ਕਿੱਥੇ ਤੁਰ ਗਏ, ਭਾਵ ਕਿ ਕੀ ਗਾਇਬ ਹੋਇਆ ਹੈ, ਵੈੜ ਕੇ ਅਤੇ ਬਲਦ ਜਿਹੜੇ ਨੇ ਉਹ ਗਾਇਬ ਹੋ ਗਏ ਹਨ। ਅੰਗਰੇਜ਼ ਦੇ ਪਿਛਲੱਗ ਬਣ ਕੇ ਕੀ ਹੋ ਗਿਆ ਹੈ, ਅੰਗਰੇਜ਼ਾਂ ਦੇ ਪਿੱਛੇ ਯਾਨੀ ਕਿ ਅੰਗਰੇਜ਼ ਦੇ ਪਿੱਛੇ ਲੱਗ ਕੇ, ਪੱਛਮੀ ਵਿਰਸੇ ਪਿੱਛੇ ਲੱਗ ਕੇ ਅਸੀਂ ਆਪਣੇ ਹੀ ਜੀਣ ਜੁਗਤ ਜਿਹੜੀ ਹੈ ਉਹ ਗਵਾ ਲਈ ਹੈ, ਯਾਨੀ ਕਿ ਅਸੀਂ ਆਪਣੀ ਪਹਿਚਾਣ ਨੂੰ ਭੁੱਲ ਚੁੱਕੇ ਹਾਂ। ਸੁਆਣੀਆਂ ਉੱਪਰ ਕਿਸ ਦਾ ਅਸਰ ਪੈ ਗਿਆ ਹੈ। ਕਿਸ ਦਾ ਅਸਰ ਪੈ ਗਿਆ ਹੈ, ਪਹਿਲੇ ਹੀ ਪਹਿਰੇ 'ਚ ਅਸੀਂ ਪੜ੍ਹਿਆ ਸੀ, ਕਾਹਦਾ ਅਸਰ ਪਿਆ ਹੈ, ਸੁਆਣੀਆਂ ਦੇ ਉੱਤੇ ਅਸਰ ਪਿਆ ਹੈ ਬਰਗਰਾਂ ਅਤੇ ਪੀਜ਼ਿਆਂ ਦਾ। ਅਲਾਣੀ ਮੰਜੀ ਤੋਂ ਭਾਵ ਕੀ ਹੈ, ਅਲਾਣੀ ਮੰਜੀ ਤੋਂ ਭਾਵ ਹੈ ਬਿਨਾਂ
ਵਿਛੀ ਹੋਈ ਮੰਜੀ ਭਾਵ ਕਿ ਜਿਹਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਚਾਦਰ ਜਾਂ ਕੱਪੜਾ ਨਹੀਂ ਵਿਛਾਇਆ ਹੁੰਦਾ, ਅਸੀਂ ਉਸ ਨੂੰ ਅਲਾਣੀ ਮੰਜੀ ਬੋਲ ਦਿੰਦੇ ਹਾਂ। ਦੌਰੀ ਡੰਡੇ ਦੀ ਵਰਤੋਂ ਕਿਸ ਲਈ ਹੁੰਦੀ ਸੀ? ਦੌਰੀ ਡੰਡੇ ਦੀ ਵਰਤੋਂ ਜਿਵੇਂ ਚਟਨੀ ਬਣਾਉਣ ਵਾਸਤੇ ਜਾਂ ਮਸਾਲੇ ਕੁੱਟਣ ਵਾਸਤੇ ਕੀਤੀ ਜਾਂਦੀ ਸੀ। ਹੁਣ ਇੱਥੇ ਪਹਿਰਾ ਦਿੱਤਾ ਹੈ ਇੱਕ, ਉਹਦੇ ਪ੍ਰਸ਼ਨ ਉੱਤਰ ਕਰਨੇ ਹਨ। ਖੁਰਲੀ ਤੋਂ ਬੈਠ ਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ, ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਤੇ ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਕਿੱਲੀ ਤੋਂ ਕੀ ਗਵਾਚ ਗਿਆ ਹੈ? ਕੀ ਗਵਾਚਾ? ਘੁੰਗਰੂ ਅਤੇ ਪੁਰਾਣੀਆਂ ਕਿੱਲੀ ਤੋਂ ਗਵਾਚ ਗਈਆਂ ਹਨ। ਖੁਰਲੀ ਉੱਪਰ ਕਿਸ ਦੀ ਘਾਟ ਮਹਿਸੂਸ ਹੁੰਦੀ ਹੈ? ਵਹਿੜ ਕੇ ਅਤੇ ਬਲਦ ਦੀ, ਯਾਨੀ ਕਿ ਵੱਛੇ ਅਤੇ ਬੈਲ ਦੀ, ਯਾਨੀ ਕਿ ਬਲਦ ਦੀ ਜਿਹੜੀ ਘਾਟ ਹੈ ਉਹ ਮਹਿਸੂਸ ਹੁੰਦੀ ਹੈ। ਹੁਣ ਸਾਨੂੰ ਕਿਹੜੀ ਭਾਸ਼ਾ ਸਮਝ ਆਉਂਦੀ ਹੈ? ਅੰਗਰੇਜ਼ੀ ਭਾਸ਼ਾ। ਤੇ ਇਹਨਾਂ ਸ਼ਬਦਾਂ ਦਾ ਅਰਥ ਦੱਸਣਾ ਹੈ, ਭਾਵ ਦੱਸਣਾ ਹੈ, ਯਾਨੀ ਕਿ ਇਸ ਦੇ ਅੰਦਰ ਕਵੀ ਜਿਹੜਾ ਹੈ ਉਹ ਪੱਛਮੀ ਵਿਰਸੇ ਪਿੱਛੇ ਲੱਗ ਕੇ ਅੱਜ ਜੋ ਅਸੀਂ ਆਪਣੀ ਜੀਵਨ ਜਾਚ ਨੂੰ ਭੁੱਲਦੇ ਜਾ ਰਹੇ ਹਾਂ, ਕਵੀ ਉਸ ਉੱਤੇ ਚਾਨਣਾ ਪਾਉਂਦਾ ਹੋਇਆ ਕਹਿੰਦਾ ਹੈ ਕਿ ਅੱਜ ਸਾਡੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸਾਡੇ ਜੀਵਨ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਸਨ ਜਾਂ ਚੀਜ਼ਾਂ ਸਨ, ਉਸ ਅੱਜ ਨਿਮਾਣੀਆਂ ਹੋ ਕੇ ਰਹਿ ਗਈਆਂ ਹਨ। ਅੱਗੇ ਇਸ ਪੈਰੇ ਦੀ ਪ੍ਰਸੰਗਸਿਤ ਵਿਆਖਿਆ ਕਰਨੀ ਅਸੀਂ ਉੱਤੇ ਕਰ ਚੁੱਕੇ ਹਾਂ, ਉਹਨੂੰ ਹੀ ਦੁਬਾਰਾ ਤੁਸੀਂ ਕਰ ਲੈਣਾ ਹੈ। ਅੱਗੇ ਇਹ ਪਾਠ ਤੋਂ ਅੱਗੇ ਦੇ ਪ੍ਰਸ਼ਨ ਹਨ, ਇਹਨਾਂ ਨੂੰ ਇੱਕ ਵਾਰ ਤੁਸੀਂ ਰੋਕ ਕੇ ਪੜ੍ਹ ਲੈਣਾ, ਵੀਡੀਓ ਨੂੰ ਰੋਕ ਕੇ, ਅਤੇ ਇਹਨਾਂ ਦੇ ਕੁਐਸਚਨਾਂ ਦੇ ਆਨਸਰ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਅਸੀਂ ਉੱਪਰ ਸਾਰੀ ਕਵਿਤਾ ਜਿਹੜੀ ਹੈ ਉਹ ਕਰ ਚੁੱਕੇ ਹਾਂ। ਹੁਣ ਜੋੜੇ ਬਣਾਉਣੇ ਹਨ। ਜੋੜੇ ਬਣਾਉਂਦਿਆਂ ਧਿਆਨ ਰੱਖਣਾ। ਹਾਂ, ਤਾਂ ਗੱਲ ਕਰਦੇ ਹਾਂ। ਕੂਲਰ ਹਵਾ, ਮੰਜੀਆਂ ਦੌਰੀ ਡੰਡੇ, ਘੁੰਗਰੂ ਧੂੰਆਂ, ਆਬ ਬਲਦ, ਚਟਨੀ ਅਲਾਣੀਆਂ। ਤਾਂ ਹਾਂ, ਹੁਣ ਆਪਾਂ ਇਹਨੂੰ ਕਰੀਏ ਤਾਂ ਕੂਲਰ, ਮੰਜੀਆਂ ਕੀ ਸਨ? ਅਲਾਣੀਆਂ। ਘੁੰਗਰੂ ਕਾਹਦੇ ਲਈ ਯੂਜ਼ ਹੋਏ ਸਨ? ਬਲਦ ਵਾਸਤੇ। ਆਬ ਹਵਾ, ਚਟਨੀ ਕਾਹਦੇ ਨਾਲ ਬਣਾਈ ਜਾਂਦੀ ਹੈ? ਦੌਰੀ ਡੰਡੇ ਨਾਲ। ਤੇ ਕੂਲਰ ਧੂੰਆਂ, ਇਹਦੇ ਵਿੱਚ ਥੋੜ੍ਹਾ ਡਿਫੈਕਟ ਹੈ, ਇਸ ਨੂੰ ਚੈੱਕ ਕਰਕੇ ਸਹੀ ਕਰ ਲੈਣਾ। ਇਹਨੂੰ ਆਪਾਂ ਸਹੀ ਕਰ ਲਵਾਂਗੇ, ਬਾਅਦ ਦੇ ਵਿੱਚ ਕਰਵਾ ਦੇਵਾਂਗੇ। ਅਗਲੀ 1 ਮਿੰਟ, ਮੈਂ ਤੁਹਾਨੂੰ ਇਹਨੂੰ ਸਹੀ ਕਰ ਦਿੰਦਾ ਹਾਂ। ਹਾਂ, ਤਾਂ ਇਹ ਧੂੰਆਂ ਨਹੀਂ ਹੈ ਜੀ, ਇਹ ਲੂਆਂ ਹੈ। ਕੂਲਰ ਦਾ ਨਾਲ ਜਿਹੜਾ ਜੋੜਾ ਹੈ ਕਾਹਦਾ ਬਣੇਗਾ? ਕੂਲਰ ਦੇ ਨਾਲ ਜੋੜਾ ਬਣੇਗਾ ਲੂਆਂ ਦਾ, ਧੂੰਆਂ ਨਹੀਂ ਲੂਆਂ। ਧਿਆਨ ਰੱਖ ਲੈਣਾ ਇਸ ਨੂੰ। ਅੱਗੇ ਚੱਲਦੇ ਹਾਂ। ਅੱਗੇ ਦੂਸਰੀ ਕਵਿਤਾ ਹੈ, ਲੇਕਿਨ ਤੁਸੀਂ ਇਹੀ ਕਰਨਾ ਹੈ, ਕੋਸ਼ਿਸ਼ ਕਰਨਾ ਕਿ ਵੱਧ ਤੋਂ ਵੱਧ ਸਹੀ ਹੋ ਸਕਣ ਕੁਐਸਚਨ। ਆਪਾਂ ਇਹ ਵੀ ਪਾਠ ਤੋਂ ਅੱਗੇ ਦੇ ਕੁਐਸਚਨ ਵੀ ਕਰਨੇ ਆ ਕਿ ਪੰਜਾਬੀ ਸੱਭਿਅਤਾ ਉੱਪਰ ਪੱਛਮੀ ਪ੍ਰਭਾਵ ਪੈ ਰਿਹਾ ਹੈ। ਕਿ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਤਾਂ ਤੁਸੀਂ ਉੱਪਰ ਵਾਲੀਆਂ ਦਲੀਲਾਂ ਦੇ ਸਕਦੇ ਹੋ ਕਿ ਪੱਛਮੀ ਪਹਿਰਾਵੇ ਦੇ ਵਿੱਚੋਂ ਜਾਂ ਖਾਣ ਪਾਨ ਦੇ ਅੰਦਰ ਅਸੀਂ ਕਿੰਨਾ ਚੀਜ਼ਾਂ ਨੂੰ ਬਦਲ ਦਿੱਤਾ ਹੈ। ਉਹਨਾਂ ਦੇ ਆਧਾਰ 'ਤੇ ਤੁਸੀਂ ਇਹਦਾ ਕੁਐਸਚਨ ਦਾ ਆਨਸਰ ਬਣਾਉਣਾ ਹੈ। ਕਿ ਪਰੰਪਰਾਕ ਪੰਜਾਬੀ ਜੀਵਨ ਜਾਚ ਨੂੰ ਬਚਾਇਆ ਜਾ ਸਕਦਾ ਹੈ? ਆਪਣੇ ਸੁਝਾਅ ਪੇਸ਼ ਕਰਨੇ ਹਨ ਕਿ ਅਸੀਂ ਕਿਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਕੇ ਜਾਂ ਅਸੀਂ ਉਹਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਦੁਬਾਰਾ ਤੋਂ ਜੀਵਿਤ ਕਰ ਸਕਦੇ ਹਾਂ ਜਾਂ ਬਚਾ ਸਕਦੇ ਹਾਂ। ਪੰਜਾਬ ਦਾ ਨਾਂ ਕਿੰਨਾ 5 ਦਰਿਆਵਾਂ ਕਰਕੇ ਹੈ? ਭਾਰਤ ਦੇ ਨਕਸ਼ੇ 'ਤੇ ਇਹਨਾਂ ਦਰਿਆਵਾਂ ਨੂੰ ਚਿੰਨ੍ਹਿਤ ਕਰਨਾ ਹੈ, ਯਾਨੀ ਕਿ ਜਿਹੜਾ ਉੱਪਰ ਤੋਂ ਸਿੰਧ ਨਦੀ ਤੋਂ ਥੱਲੇ ਦੀਆਂ ਜਿਹੜੀਆਂ ਨਦੀਆਂ ਹਨ, ਤੁਸੀਂ SS ਦੇ ਅੰਦਰ ਕੀਤਾ ਹੋਵੇਗਾ ਜਾਂ ਤੁਹਾਨੂੰ ਕਰਵਾ ਦਿੱਤਾ ਜਾਏਗਾ, ਉਹਨਾਂ ਨੂੰ ਚਿੰਨ੍ਹਿਤ ਕਰ ਲੈਣਾ ਹੈ ਤੁਸੀਂ ਆਪਣੇ ਮੈਪ ਦੇ ਅੰਦਰ। ਪੰਜਾਬੀ ਦਿਹਾਤੀ ਜੀਵਨ ਜਾਚ ਨਾਲ ਸੰਬੰਧਿਤ ਸੰਦਾਂ, ਚੀਜ਼ਾਂ, ਵਸਤੂਆਂ ਦੀ ਸੂਚੀ ਬਣਾਓ, ਉਹਨਾਂ ਦੇ ਕੰਮ ਦਾ ਵੇਰਵਾ ਵੀ ਦਿਓ। ਤਾਂ ਜਿਵੇਂ ਤੁਸੀਂ ਖੁਰਪਾ, ਕਈ, ਕੁਹਾੜੀ, ਇਹਨਾਂ ਸੰਦਾਂ ਦੀ ਸੂਚੀ ਬਣਾ ਸਕਦੇ ਹੋ ਜਿਹੜੇ ਤੁਹਾਡੇ ਆਮ ਘਰਾਂ ਦੇ ਅੰਦਰ ਚੀਜ਼ਾਂ ਹਨ ਅਤੇ ਉਹਨਾਂ ਦੀ ਕਿੱਥੇ ਵਰਤੋਂ ਹੁੰਦੀ ਹੈ, ਉਹਨਾਂ ਬਾਰੇ ਵੀ ਦੱਸ ਸਕਦੇ ਹੋ। ਕਦਰਾਂ ਕੀਮਤਾਂ ਦੇ ਆਧਾਰ ਉੱਪਰ ਸਮਕਾਲੀ ਪੰਜਾਬੀ ਸੱਭਿਆਚਾਰ ਬਾਰੇ ਟਿੱਪਣੀ ਕਰਨੀ ਹੈ ਕਿ ਸਮਕਾਲੀ ਪੰਜਾਬੀ ਸੱਭਿਆਚਾਰ ਕਿਸ ਤਰ੍ਹਾਂ ਦਾ
ਹੋ ਚੁੱਕਾ ਹੈ। ਤਾਂ ਮੈਨੂੰ ਉਮੀਦ ਹੈ ਕਿ ਇਹ ਲੈਸਨ ਤੁਹਾਨੂੰ ਸਮਝ ਆਇਆ ਹੋਵੇਗਾ, ਤਾਂ ਤੁਸੀਂ ਇਸ ਨੂੰ ਕਰ ਲੈਣਾ ਹੈ। ਕਵੀ ਇਹਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਇਹ ਜਿਹੜੀ ਗਜ਼ਲ ਹੈ ਇਹ ਕਸ਼ਮੀਰ ਨੀਰ ਦੀ ਹੈ, ਅਤੇ ਇਸ ਗਜ਼ਲ ਦੇ ਅੰਦਰ ਕਸ਼ਮੀਰ ਨੀਰ ਨੇ ਪੁਰਾਣੇ ਸੱਭਿਆਚਾਰ ਨੂੰ ਬਚਾਉਣ ਦੇ ਲਈ ਸਾਰਿਆਂ ਦੇ ਸਾਹਮਣੇ ਉਹਨਾਂ ਚੀਜ਼ਾਂ ਨੂੰ ਰੱਖਿਆ ਹੈ ਜੋ ਅੱਜ ਦੇ ਸਮੇਂ ਦੇ ਅੰਦਰ ਬਹੁਤ ਹੀ ਘੱਟ ਵੇਖਣ ਨੂੰ ਮਿਲਦੀਆਂ ਹਨ, ਅਤੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਅਲੋਪ ਹੋ ਜਾਣਗੀਆਂ ਜਾਂ ਹੁੰਦੀਆਂ ਜਾ ਰਹੀਆਂ ਹਨ। ਮੈਨੂੰ ਉਮੀਦ ਹੈ ਕਿ ਇਹ ਕਵਿਤਾ ਤੁਹਾਨੂੰ ਸਮਝ ਆਈ ਹੋਵੇਗੀ। ਧੰਨਵਾਦ।